ਸਤਿ ਸ਼੍ਰੀ ਅਕਾਲ ਦੋਸਤੋ। ਕਿਤਾਬ ਕਰ ਲਓ ਦੁਨੀਆ ਮੁੱਠੀ ਵਿੱਚ। ਲੇਖਕ ਸਵੇਟ ਮਾਡਰਨ। ਲੇਖ ਬਚਪਨ ਦੀ ਸਿੱਖਿਆ। ਹਰੇਕ ਬੱਚੇ ਦੇ ਜਨਮ ਨਾਲ ਘਰ ਵਿੱਚ ਖੁਸ਼ੀਆਂ ਦੀ ਆਮਦ ਹੁੰਦੀ ਹੈ। ਇੱਕ ਬੱਚੇ ਦਾ ਕਹਿਣਾ ਹੈ ਕਿ ਮੈਂ ਇੰਨਾ ਖੁਸ਼ ਹਾਂ, ਮੇਰੀ ਖੁਸ਼ੀ ਦਾ ਕੋਈ ਅੰਤ ਹੀ ਨਹੀਂ, ਪਰੰਤੂ ਮੇਰੀ ਖੁਸ਼ੀ ਉਸ ਸਮੇਂ ਤੱਕ ਹੀ ਮੇਰਾ ਸਾਥ ਦੇਵੇਗੀ ਜਦੋਂ ਤੱਕ ਮੈਂ ਚੰਗੀ ਤਰ੍ਹਾਂ ਜਵਾਨ ਨਹੀਂ ਹੋ ਜਾਂਦਾ। ਸ਼੍ਰੀ ਵਿਲਸ ਨੇ ਬਹੁਤ ਚੰਗੀ ਗੱਲ ਕਹੀ ਹੈ ਕਿ ਜੋ ਲੋਕ ਖੁਸ਼ ਰਹਿੰਦੇ ਹਨ ਉਹਨਾਂ ਦੀ ਉન્નਤੀ ਵੀ ਹੁੰਦੀ ਹੈ। ਜੇ ਮਾਪੇ ਇਸ ਗੱਲ ਨੂੰ ਸਮਝ ਲੈਣ ਕਿ ਬੱਚੇ ਖੁਸ਼ੀ ਅਤੇ ਆਨੰਦ ਦਾ ਸੋਮਾ ਹਨ ਤਾਂ ਉਹ ਸਾਰੇ ਬੱਚਿਆਂ ਤੋਂ ਵੱਧ ਚੜ੍ਹ ਕੇ ਕੰਮ ਕਰਨ ਲੱਗਣਗੇ ਅਤੇ ਇਸ ਤਰ੍ਹਾਂ ਜਨ ਸਧਾਰਨ ਵਿੱਚ ਸੁੱਖ ਦੀ ਬਹੁੜਤਾ ਹੋਵੇਗੀ। ਬਹੁਤ ਵੱਡੇ ਦੁੱਖ ਦੀ ਗੱਲ ਹੈ ਕਿ ਬਹੁਤ ਹੀ ਘੱਟ ਮਾਤਾ ਪਿਤਾ ਆਪਣੀ ਇਸ ਜ਼ਿੰਮੇਵਾਰੀ ਨੂੰ ਸਮਝਦੇ ਹਨ। ਬਹੁਤਾ ਜ਼ਿਆਦਾ ਸਮਾਂ ਨਹੀਂ ਬੀਤਿਆ ਜਦੋਂ ਬੱਚਿਆਂ ਨੂੰ ਭੇਡਾਂ ਬੱਕਰੀਆਂ ਤੋਂ ਜ਼ਿਆਦਾ ਕੁਝ ਨਹੀਂ ਸਮਝਿਆ ਜਾਂਦਾ ਸੀ ਅਤੇ ਉਹਨਾਂ ਨਾਲ ਦੁਰਵਿਹਾਰ ਕੀਤਾ ਜਾਂਦਾ ਸੀ। ਉਹਨਾਂ ਨੂੰ ਇਸ ਤਰ੍ਹਾਂ ਕਿਸੇ ਥਾਂ ਤੋਂ ਉਠਾਇਆ ਜਾਂ ਬਿਠਾਇਆ ਜਾਂਦਾ ਸੀ ਜਿਵੇਂ ਉਹਨਾਂ ਦਾ ਆਪਣਾ ਕੋਈ ਹੱਕ ਹੀ ਨਾ ਹੋਵੇ। ਉਹਨਾਂ ਨੂੰ ਬੇਕਿਰਕੀ ਨਾਲ ਮਾਰਿਆ ਕੁੱਟਿਆ ਜਾਂਦਾ ਸੀ। ਹੁਣ ਵੀ ਬਹੁਤ ਸਾਰੇ ਮਾਪੇ ਇਹ ਨਹੀਂ ਸੋਚਦੇ ਕਿ ਬੱਚਿਆਂ ਦੇ ਅਸਤਿਤਵ ਦੀ ਦੇਖਭਾਲ ਉਹਨਾਂ ਲਈ ਬਹੁਤ ਮਹੱਤਵਪੂਰਨ ਹੈ, ਜਦੋਂ ਕਿ ਸੱਚ ਇਹ ਹੈ ਕਿ ਬੱਚਿਆਂ ਦਾ ਸਹੀ ਢੰਗ ਨਾਲ ਪਾਲਣ ਪੋਸ਼ਣ ਅਤੇ ਉਹਨਾਂ ਦੀ ਚੰਗੀ ਸਿੱਖਿਆ ਉਹਨਾਂ ਦੇ ਆਪਣੇ ਅਸਤਿਤਵ ਦੀ ਦੇਖਭਾਲ ਤੋਂ ਕਿਤੇ ਵੱਧ ਕੇ ਜ਼ਰੂਰੀ ਹੈ। ਇਸ ਲਈ ਮਾਪਿਆਂ ਦਾ ਫਰਜ਼ ਹੋ ਜਾਂਦਾ ਹੈ ਕਿ ਉਹ ਆਪਣੇ ਇਸ ਫਰਜ਼ ਨੂੰ ਜਿੱਥੋਂ ਤੱਕ ਹੋ ਸਕੇ ਪੂਰਾ ਕਰਨ ਦਾ ਯਤਨ ਕਰਨ। ਹੁਣ ਤਾਂ ਸਰਕਾਰਾਂ ਵੀ ਇਹ ਮਹਿਸੂਸ ਕਰਨ ਲੱਗੀਆਂ ਹਨ ਕਿ ਬੱਚੇ ਕਿਸੇ ਰਾਸ਼ਟਰ ਦੀ ਬਹੁਮੁੱਲੀ ਸੰਪੱਤੀ ਹੁੰਦੇ ਹਨ। ਉਹਨਾਂ ਦਾ ਯਤਨ ਹੁੰਦਾ ਹੈ ਕਿ ਬੱਚਿਆਂ ਨੂੰ ਮਾਪਿਆਂ ਦੀ ਉਦਾਸੀਨਤਾ ਅਤੇ ਸਿੱਖਿਅਕਾਂ ਅਤੇ ਸਰਪ੍ਰਸਤਾਂ ਦੀ ਪਥ ਭ੍ਰਿਸ਼ਟ ਕਰਨ ਵਾਲੀ ਸਿੱਖਿਆ ਦਾ ਸ਼ਿਕਾਰ ਨਹੀਂ ਹੋਣ ਦੇਣਾ ਚਾਹੀਦਾ। ਬੱਚਿਆਂ ਨੂੰ ਉਚਿਤ ਸਿੱਖਿਆ ਨਾ ਹੋਣ ਦੇ ਕਾਰਨ ਹੀ ਦੇਸ਼ ਦੀ ਆਮਦਨੀ ਦਾ ਬਹੁਤ ਸਾਰਾ ਹਿੱਸਾ ਮੁਕੱਦਮਿਆਂ, ਜੇਲ੍ਹ ਖਾਨਿਆਂ, ਸੁਧਾਰ ਕੇਂਦਰਾਂ ਅਤੇ ਅਪਰਾਧੀਆਂ ਨੂੰ ਸਜ਼ਾ ਦੇਣ ਦੇ ਲਈ ਖਰਚ ਹੋ ਜਾਂਦਾ ਹੈ। ਇਸ ਧਨ ਨੂੰ ਬੇਕਾਰ ਨੌਜਵਾਨਾਂ ਲਈ ਉਦਯੋਗ ਧੰਦੇ ਦਾ ਪ੍ਰਬੰਧ ਕਰਨ ਵਿੱਚ ਕੀਤਾ ਜਾਵੇ ਤਾਂ ਇਸ ਤੋਂ ਇਲਾਵਾ ਆਮਦਨੀ ਦਾ ਪ੍ਰਬੰਧ ਕੀਤਾ ਜਾ ਸਕਦਾ ਹੈ। ਇਸ ਦਾ ਲਾਭ ਇਹ ਹੋਵੇਗਾ ਕਿ ਬੇਕਾਰ ਨੌਜਵਾਨ ਦੇਸ਼ ਦੇ ਚੰਗੇ ਨਾਗਰਿਕ ਬਣ ਕੇ ਦੇਸ਼ ਦੇ ਲਈ ਸੰਪੱਤੀ ਅਤੇ ਧਨ ਪ੍ਰਾਪਤ ਕਰਨ ਦਾ ਸਾਧਨ ਬਣਨਗੇ। ਅੱਜ ਨਿਕੰਮੇ ਤੇ ਬੇਰੁਜ਼ਗਾਰ ਲੋਕ ਰਾਸ਼ਟਰ ਲਈ ਭਾਰੀ ਬੋਝ ਬਣ ਗਏ ਹਨ। ਜੇਕਰ ਸ਼ੁਰੂ ਤੋਂ ਹੀ ਬੱਚਿਆਂ ਨੂੰ ਪ੍ਰਗਤੀਸ਼ੀਲ ਢੰਗ ਦੀ ਸਿੱਖਿਆ ਦਿੱਤੀ ਜਾਵੇਗੀ ਤਾਂ ਰਾਸ਼ਟਰ ਦੇ ਸਾਹਮਣੇ ਨਿਰਉਪਯੋਗੀ ਲੋਕਾਂ ਦਾ ਅਸਤਿਤਵ ਹੀ ਨਹੀਂ ਬਚੇਗਾ। ਚੰਗੇ ਸਿੱਖਿਅਕ ਅਤੇ ਸਦਾ ਖੁਸ਼ ਰਹਿਣ ਵਾਲੇ ਬੱਚੇ ਹੀ ਅੱਗੇ ਚੱਲ ਕੇ ਦੇਸ਼ ਦੇ ਲਈ ਵਧੀਆ ਨਾਗਰਿਕ ਬਣ ਸਕਦੇ ਹਨ। ਸਿੱਖਿਆ ਦੇ ਨਾਲ ਬੱਚਿਆਂ ਦੇ ਲਈ ਖੇਡਣ ਕੁੱਦਣ ਦਾ ਪ੍ਰਬੰਧ ਕੀਤਾ ਜਾਣਾ ਵੀ ਉਤਨਾ ਹੀ ਜ਼ਰੂਰੀ ਹੈ ਜਿਤਨਾ ਕਿ ਦਰਖਤ ਪੌਦਿਆਂ ਦੇ ਲਈ ਸੂਰਜ ਦਾ ਪ੍ਰਕਾਸ਼ ਅਤੇ ਉਸ ਦੀ ਗਰਮੀ। ਖੇਡਣ ਕੁੱਦਣ ਅਤੇ ਭਿੰਨ ਥਾਵਾਂ 'ਤੇ ਸੈਰ ਕਰਨ ਨਾਲ ਬੱਚੇ ਦੀ ਬੁੱਧੀ ਦੇ ਵਿਕਾਸ ਦਾ ਨਾਲ ਕੁਦਰਤੀ ਰੂਪ ਵਿੱਚ ਉਸ ਦੇ ਸਰੀਰ ਦਾ ਵਿਕਾਸ ਵੀ ਹੁੰਦਾ ਹੈ। ਇਹ ਗੱਲ ਸਦਾ ਧਿਆਨ ਵਿੱਚ ਰੱਖਣੀ ਚਾਹੀਦੀ ਹੈ ਕਿ ਬੱਚਿਆਂ ਨੂੰ ਕਿਸ ਤਰ੍ਹਾਂ ਖੁਸ਼ ਰੱਖਿਆ ਜਾਵੇ, ਕਿਉਂਕਿ ਹਮੇਸ਼ਾ ਖੁਸ਼ ਰਹਿਣ ਵਾਲੇ ਬੱਚੇ ਹੀ ਅੱਗੇ ਚੱਲ ਕੇ ਦੇਸ਼ ਦੇ ਚੰਗੇ ਨਾਗਰਿਕ ਸਿੱਧ ਹੁੰਦੇ ਹਨ। ਬੱਚਿਆਂ ਦੇ ਲਈ ਇਹ ਜ਼ਰੂਰੀ ਹੈ ਕਿ ਘਰ ਤੋਂ ਬਾਹਰ ਹੀ ਨਹੀਂ ਬਲਕਿ ਘਰ ਵਿੱਚ ਵੀ ਉਹਨਾਂ ਨੂੰ ਖੇਡਣ ਕੁੱਦਣ ਦੀ ਸਹੂਲਤ ਅਤੇ ਆਜ਼ਾਦੀ ਹੋਣੀ ਚਾਹੀਦੀ ਹੈ। ਵਿਸ਼ੇਸ਼ ਤੌਰ 'ਤੇ ਦੇਖਿਆ ਜਾਂਦਾ ਹੈ ਕਿ ਘਰਾਂ ਵਿੱਚ ਬੱਚਿਆਂ ਨਾਲ ਗੰਭੀਰਤਾ ਦਾ ਵਿਹਾਰ ਕੀਤਾ ਜਾਂਦਾ ਹੈ। ਉਹਨਾਂ ਨੂੰ ਆਪਣੀ ਇੱਛਾ ਅਨੁਸਾਰ ਖੇਡਣ ਕੁੱਦਣ ਦਾ ਮੌਕਾ ਨਹੀਂ ਦਿੱਤਾ ਜਾਂਦਾ। ਉਹਨਾਂ ਤੋਂ ਇਹ ਆਸ ਕੀਤੀ ਜਾਂਦੀ ਹੈ ਕਿ ਉਹ ਵੱਡਿਆਂ ਦੇ ਬਰਾਬਰ ਵਿਹਾਰ ਕਰਨ। ਉਹਨਾਂ ਦੀ ਖੇਡਣ ਕੁੱਦਣ ਦੀ ਸੁਭਾਵਿਕ ਇੱਛਾ ਨੂੰ ਦੱਬਣ ਦਾ ਯਤਨ ਕੀਤਾ ਜਾਂਦਾ ਹੈ। ਬੱਚੇ ਦੀ ਸੁਭਾਵਿਕ ਇੱਛਾ ਨੂੰ ਦੱਬਣ ਦੇ ਬੜੇ ਭੈੜੇ ਨਤੀਜੇ ਹੁੰਦੇ ਹਨ। ਮਾਪਿਆਂ ਨੂੰ ਬੱਚਿਆਂ ਦੀ ਰੁਚੀ ਦੇ ਪ੍ਰਤੀ ਸੁਚੇਤ ਰਹਿਣਾ ਚਾਹੀਦਾ ਹੈ। ਇਸ ਨਾਲ ਇੱਕ ਲਾਭ ਇਹ ਹੋਵੇਗਾ ਕਿ ਜਦੋਂ ਉਹ ਸੰਸਾਰ ਦੇ ਕਾਰਜ ਖੇਤਰ ਵਿੱਚ ਉਤਰਨਗੇ ਤਾਂ ਜਦੋਂ ਉੱਥੋਂ ਉਹਨਾਂ ਨੂੰ ਰੋੜੇ ਰੁਕਾਵਟਾਂ ਦਾ ਸਾਹਮਣਾ ਕਰਨਾ ਪਵੇਗਾ ਤਾਂ ਉਸ ਨੂੰ ਇਹ ਖਿੜੇ ਮੱਥੇ ਝੱਲ ਸਕਣਗੇ। ਇਸ ਦੇ ਨਾਲ ਬੱਚਿਆਂ ਨੂੰ ਖੁਸ਼ ਰੱਖਣ ਦਾ ਯਤਨ ਕੀਤਾ ਜਾਵੇਗਾ ਤਾਂ ਕਿ ਉਹ ਮਾਪਿਆਂ ਲਈ ਸਹਾਇਕ ਸਿੱਧ ਹੋਣਗੇ। ਚੁੱਪਚਾਪ, ਗੁੰਮਸੁੰਮ ਅਤੇ ਬੁਝੇ ਜਿਹੇ ਰਹਿਣ ਵਾਲੇ ਬੱਚੇ ਦੇਸ਼ ਦੇ ਚੰਗੇ ਨਾਗਰਿਕ ਨਹੀਂ ਬਣ ਸਕਣਗੇ। ਬੱਚਿਆਂ ਨੂੰ ਖੇਡਣ ਕੁੱਦਣ ਦੇ ਮੌਕੇ ਦਿੱਤੇ ਜਾਣ ਨਾਲ ਉਹ ਹਾਰਦਿਕ ਵਿਚਾਰਾਂ ਦੀ ਅਭਿਵਿਅਕਤੀ ਕਰਨ ਵਿੱਚ ਸਮਰੱਥ ਹੁੰਦੇ ਹਨ। ਇਸ ਨਾਲ ਉਹ ਨਾ ਕੇਵਲ ਚੰਗੇ ਨਾਗਰਿਕ ਬਣਦੇ ਹਨ ਬਲਕਿ ਕਿਸੇ ਕੰਮ ਦੇ ਯੋਗ ਵੀ ਬਣ ਜਾਂਦੇ ਹਨ। ਉਹ ਜੀਵਨ ਦੀ ਹਰੇਕ ਦਿਸ਼ਾ ਵਿੱਚ ਵੱਧ ਤੋਂ ਵੱਧ ਸਫਲ ਰਹਿੰਦੇ ਹਨ ਕਿਉਂਕਿ ਉਹਨਾਂ ਦੇ ਬਚਪਨ ਦਾ ਵਾਤਾਵਰਣ ਹੀ ਉਹਨਾਂ 'ਤੇ ਇਸ ਤਰ੍ਹਾਂ ਪ੍ਰਭਾਵ ਪੈਦਾ ਕਰਨ ਵਿੱਚ ਸਮਰੱਥ ਹੁੰਦਾ ਹੈ। ਪ੍ਰਸੰਨਤਾ ਅਤੇ ਮਨੋਰੰਜਨ ਨਾਲ ਮਾਨਵ ਦਾ ਵਿਕਾਸ ਹੁੰਦਾ ਹੈ। ਉਸ ਦੀਆਂ ਅੰਦਰੂਨੀ ਯੋਗਤਾਵਾਂ ਅਤੇ ਸ਼ਕਤੀਆਂ ਦਾ ਵਿਕਾਸ ਹੁੰਦਾ ਹੈ। ਜੇਕਰ ਬੱਚੇ ਨੂੰ ਚੰਗਾ ਘਰੇਲੂ ਵਾਤਾਵਰਣ ਨਾ ਮਿਲੇ, ਮਾਪੇ ਅੜਬ ਸੁਭਾਅ ਦੇ ਹੋਣ ਜਾਂ ਸਿੱਖਿਆ ਕੜਵਾਹਟ ਭਰੀ ਹੋਵੇ ਤਾਂ ਬੱਚਾ ਬੇਸ਼ੱਕ ਹੀ ਅਪਰਾਧੀ ਬਿਰਤੀ ਦਾ ਹੋ ਜਾਵੇਗਾ। ਜੇਕਰ ਬਚਪਨ ਵਿੱਚ ਬੱਚੇ ਨੂੰ ਹਰੇਕ ਕੰਮ ਦੇ ਲਈ ਨਿਰਉਤਸ਼ਾਹਿਤ ਕੀਤਾ ਜਾਂਦਾ ਹੈ ਤਾਂ ਇਹ ਉਸ ਦੇ ਲਈ ਅਸਫਲਤਾ ਅਤੇ ਨਿਰਾਸ਼ਾਵਾਂ ਦਾ ਕਾਰਨ ਹੁੰਦਾ ਹੈ।
ਤੁਹਾਨੂੰ ਸੰਸਾਰ ਵਿੱਚ ਅਜਿਹੇ ਅਨੇਕਾਂ ਬੇਭਾਗ ਵਿਅਕਤੀ ਮਿਲ ਜਾਣਗੇ ਜਿਨ੍ਹਾਂ ਦਾ ਅਸਫਲ ਜੀਵਨ ਬਾਲ ਅਵਸਥਾ ਦੀ ਉਤਸ਼ਾਹਹੀਣਤਾ ਦੀ ਕਹਾਣੀ ਬਣ ਕੇ ਰਹਿ ਗਿਆ ਹੈ। ਜੇਕਰ ਬੱਚੇ ਨੂੰ ਹਰ ਸਮੇਂ ਝਿੜਕਿਆ ਜਾਵੇਗਾ ਤਾਂ ਇਹ ਯਤਨ ਕੀਤਾ ਜਾਵੇਗਾ ਕਿ ਉਹ ਸਦਾ ਤੁਹਾਡੀਆਂ ਅੱਖਾਂ ਦੇ ਸਾਹਮਣੇ ਰਹੇ ਅਤੇ ਗੱਲ-ਗੱਲ ਤੇ ਉਸ ਦੀ ਟੀਕਾ ਟਿੱਪਣੀ ਕੀਤੀ ਜਾਵੇਗੀ, ਤਾਂ ਤੁਸੀਂ ਉਸ ਤੋਂ ਕਿਵੇਂ ਆਸ ਕਰ ਸਕਦੇ ਹੋ ਕਿ ਉਹ ਯੋਗ ਆਦਮੀ ਬਣ ਜਾਵੇਗਾ। ਜਿਨ੍ਹਾਂ ਬੱਚਿਆਂ ਨੂੰ ਹਰ ਸਮੇਂ ਕੋਸਿਆ ਜਾਂਦਾ ਹੈ, ਥੋੜੀ ਗੱਲ ਤੇ ਟੋਕਿਆ ਜਾਂਦਾ ਹੈ ਅਤੇ ਝਿੜਕਾਂ ਦਿੱਤੀਆਂ ਜਾਂਦੀਆਂ ਹਨ ਜਾਂ ਗੱਲ-ਗੱਲ ਉੱਤੇ ਉਹਨਾਂ ਦੇ ਦੋਸ਼ ਕੱਢੇ ਜਾਂਦੇ ਹਨ, ਉਹਨਾਂ ਦਾ ਦਿਲ ਟੁੱਟ ਜਾਂਦਾ ਹੈ ਅਤੇ ਇਹ ਗੱਲਾਂ ਉਹਨਾਂ ਦੇ ਵਿਕਾਸ ਨੂੰ ਰੋਕਣ ਦਾ ਕਾਰਨ ਬਣਦੀਆਂ ਹਨ। ਅਜਿਹੇ ਬੱਚਿਆਂ ਦਾ ਆਤਮ ਅਭਿਮਾਨ ਨਸ਼ਟ ਹੋ ਜਾਂਦਾ ਹੈ। 24 ਘੰਟੇ ਉਹਨਾਂ ਦੇ ਕੰਨਾਂ ਵਿੱਚ ਭਿਣਕ ਪੈਂਦੀ ਰਹਿੰਦੀ ਹੈ। ਉਹ ਬਿਲਕੁਲ ਨਿਕੰਮੇ ਹਨ। ਉਹ ਸੰਸਾਰ ਵਿੱਚ ਕਿਸੇ ਆਦਰ ਅਤੇ ਮਾਣ ਦੇ ਯੋਗ ਨਹੀਂ। ਅਨੇਕਾਂ ਮਾਪੇ ਆਪਣੇ ਵੱਡੇ ਬੱਚਿਆਂ ਨੂੰ ਵੀ ਨਿਕੰਮਾ ਕਹਿ ਕੇ ਪੁਕਾਰਦੇ ਰਹਿੰਦੇ ਹਨ। ਵਾਰ-ਵਾਰ ਅਜਿਹਾ ਕਰਨ ਨਾਲ ਬੱਚੇ ਵਿੱਚ ਕੰਮ ਤੋਂ ਜੀ ਚਰਾਉਣ ਦੀ ਆਦਤ ਦਾ ਵਿਕਾਸ ਹੋਣ ਲੱਗਦਾ ਹੈ। ਜੇਕਰ ਇਸ ਬਾਰੇ ਉਸ ਦਾ ਕੋਈ ਸਾਥੀ ਪੁੱਛਦਾ ਹੈ ਤਾਂ ਉਹ ਆਮ ਤੌਰ 'ਤੇ ਉੱਤਰ ਦਿੰਦਾ ਹੈ, ਮੈਂ ਕੁਝ ਨਹੀਂ ਜਾਣਦਾ, ਮੈਂ ਸਦਾ ਤੋਂ ਅਜਿਹਾ ਹੀ ਕਰ ਰਿਹਾ ਹਾਂ। ਮੇਰੇ ਮਾਪੇ ਮੈਨੂੰ ਸਦਾ ਨਿਕੰਮਾ ਕਹਿੰਦੇ ਹਨ। ਉਹਨਾਂ ਦਾ ਕਹਿਣਾ ਹੈ ਕਿ ਮੈਂ ਕਦੇ ਵੀ ਕੁਝ ਨਹੀਂ ਕਰ ਸਕਾਂਗਾ। ਬੱਚੇ ਨੂੰ ਹਰ ਸਮੇਂ ਨਿਕੰਮੇ ਕਹਿਣ ਅਤੇ ਉਸ ਦੇ ਦੋਸ਼ ਕੱਢਣ ਨਾਲ ਬੱਚਾ ਢੇਰੀ ਢਾਹ ਜਾਂਦਾ ਹੈ ਅਤੇ ਅਖੀਰ ਉਸ ਵਿੱਚ ਡਿੱਗੇ ਹੌਸਲੇ ਵਾਲੀਆਂ ਭਾਵਨਾਵਾਂ ਦਾ ਹੀ ਵਿਕਾਸ ਹੁੰਦਾ ਹੈ। ਇਸ ਦਾ ਨਤੀਜਾ ਇਹ ਹੁੰਦਾ ਹੈ ਕਿ ਉਹ ਹਰੇਕ ਕੰਮ ਵਿੱਚ ਲਾਪਰਵਾਹੀ ਵਰਤਣ ਲੱਗਦਾ ਹੈ ਅਤੇ ਕਿਸੇ ਵੀ ਕੰਮ ਦੇ ਲਈ ਪੂਰੀ ਤਾਕਤ ਨਾਲ ਯਤਨ ਤੋਂ ਜੀ ਚਰਾਉਂਦਾ ਰਹਿੰਦਾ ਹੈ। ਇਹਨਾਂ ਗੱਲਾਂ ਨਾਲ ਬੱਚੇ ਦੇ ਸਾਹਸ ਅਤੇ ਸ਼ਕਤੀ ਨੂੰ ਅਜਿਹਾ ਧੱਕਾ ਲੱਗਦਾ ਹੈ ਕਿ ਸਦਾ ਦੇ ਲਈ ਉਸ ਦੀ ਤਰੱਕੀ ਰੁਕ ਜਾਂਦੀ ਹੈ। ਬੱਚੇ ਦਾ ਹਿਰਦਾ ਬੇਹੱਦ ਭਾਵੁਕ ਹੋਣ ਦੇ ਕਾਰਨ ਚੰਗੀਆਂ ਬੁਰੀਆਂ ਗੱਲਾਂ ਤੋਂ ਬਹੁਤ ਜਲਦੀ ਪ੍ਰਭਾਵਿਤ ਹੁੰਦਾ ਹੈ। ਅਨੇਕਾਂ ਮਾਪੇ ਬੱਚੇ ਨੂੰ ਵਿਸ਼ੇਸ਼ਕਰ ਇਸ ਤਰ੍ਹਾਂ ਬੁਲਾਇਆ ਕਰਦੇ ਹਨ, ਓਏ ਵੇਲੜਾ ਛੇਤੀ ਕਰ, ਤੂੰ ਇੰਨਾ ਮੂਰਖ ਕਿਉਂ ਹੈ, ਗਧਾ ਨਾ ਹੋਵੇ ਕਿਸੇ ਥਾਂ ਦਾ, ਤੂੰ ਕਦੇ ਵੀ ਕੁਝ ਨਹੀਂ ਕਰ ਸਕੇਗਾ। ਇਸ ਤਰ੍ਹਾਂ ਦੀਆਂ ਗੱਲਾਂ ਨਾਲ ਬੱਚੇ ਦੀ ਕੁਦਰਤੀ ਸ਼ਕਤੀ ਦਾ ਹੌਲੀ ਪਤਨ ਹੋਣ ਲੱਗਦਾ ਹੈ। ਬੱਚੇ ਦੇ ਪ੍ਰਤੀ ਇਹ ਕੰਮ ਸਰਾਸਰ ਅਪਰਾਧਪੂਰਨ ਹੈ। ਵਾਰ-ਵਾਰ ਮਾਪਿਆਂ ਦੁਆਰਾ ਬੱਚੇ ਦੇ ਮਨ ਵਿੱਚ ਇਹ ਵਿਚਾਰ ਬਿਠਾ ਦੇਣਾ ਕਿੰਨਾ ਹਾਨੀਕਾਰਕ ਹੈ ਕਿ ਉਹ ਸੰਸਾਰ ਵਿੱਚ ਕੁਝ ਨਹੀਂ ਕਰ ਸਕੇਗਾ। ਮਾਪੇ ਇਸ ਗੱਲ ਦਾ ਧਿਆਨ ਨਹੀਂ ਕਰਦੇ ਕਿ ਉਸ ਦੇ ਕੋਮਲ ਅਤੇ ਭਾਵਕ ਹਿਰਦੇ ਤੇ ਨਿਕੰਮੇਪਣ ਦੀ ਤਸਵੀਰ ਉਕਰਨ ਨਾਲ ਨਤੀਜੇ ਕਿੰਨੇ ਭਿਆਨਕ ਹੋਣਗੇ। ਉਹ ਉਮਰ ਭਰ ਨਿੰਦਿਆ ਦਾ ਪਾਤਰ ਬਣਿਆ ਰਹੇਗਾ। ਅਨੇਕਾਂ ਮਾਪੇ ਆਪਣੇ ਪਰਿਵਾਰ ਅਤੇ ਜਾਣਕਾਰ ਬੰਦਿਆਂ ਨੂੰ ਕਿਹਾ ਕਰਦੇ ਹਨ ਕਿ ਸਾਡੇ ਬੱਚੇ ਤਾਂ ਬਿਲਕੁਲ ਨਿਕੰਮੇ ਅਤੇ ਨਲਾਇਕ ਹਨ। ਅਜਿਹਾ ਕਹਿੰਦੇ ਹੋਏ ਸ਼ਬਦ ਸਦਾ ਦੇ ਲਈ ਉਕਰੇ ਜਾਣਗੇ। ਇਹ ਗੱਲ ਉਸੇ ਤਰ੍ਹਾਂ ਹੁੰਦੀ ਹੈ ਜਿਵੇਂ ਕੋਈ ਆਦਮੀ ਕਿਸੇ ਰੁੱਖ ਦੇ ਤਣੇ ਉੱਤੇ ਕਿੱਲ ਜਾਂ ਚਾਕੂ ਆਦਿ ਨਾਲ ਆਪਣਾ ਨਾਮ ਉਗੜ ਦਿੰਦਾ ਹੈ। ਉਹ ਖੁਦਿਆ ਹੋਇਆ ਨਾਮ ਰੁੱਖ ਦੇ ਨਾਲ ਫੈਲਦਾ ਅਤੇ ਵੱਧਦਾ ਰਹਿੰਦਾ ਹੈ। ਇਸ ਤਰ੍ਹਾਂ ਨਾਲ ਜੋ ਗੱਲਾਂ ਬਚਪਨ ਵਿੱਚ ਬੱਚੇ ਦੇ ਦਿਲ ਅਤੇ ਦਿਮਾਗ 'ਤੇ ਅੰਕਿਤ ਕਰ ਦਿੱਤੀਆਂ ਜਾਂਦੀਆਂ ਹਨ, ਉਹ ਉਸ ਦੀ ਉਮਰ ਦੇ ਨਾਲ ਵੱਧਦੀਆਂ ਰਹਿੰਦੀਆਂ ਹਨ। ਬੱਚੇ ਦਾ ਮਨ ਅਤੇ ਭਾਵਨਾਵਾਂ ਬੇਹੱਦ ਕੋਮਲ ਹੁੰਦੀਆਂ ਹਨ। ਉਹ ਛੇਤੀ ਹੀ ਹਿੰਮਤ ਹਾਰ ਬੈਂਦੇ ਹਨ। ਉਹਨਾਂ ਦੇ ਵਿਕਾਸ ਲਈ ਉਹਨਾਂ ਨੂੰ ਪ੍ਰੋਤਸਾਹਿਤ ਕਰਨਾ ਬਹੁਤ ਜ਼ਰੂਰੀ ਹੈ। ਜੇਕਰ ਕੰਮ ਕਰਦੇ ਸਮੇਂ ਉਹਨਾਂ ਦੀ ਥੋੜ੍ਹੀ ਜਿਹੀ ਪ੍ਰਸ਼ੰਸਾ ਕਰ ਦਿੱਤੀ ਜਾਵੇ ਤਾਂ ਉਹ ਕੰਮ ਵਿੱਚ ਹੋਰ ਵਧੇਰੇ ਰੁਚੀ ਲੈਣ ਲੱਗਦੇ ਹਨ ਅਤੇ ਮਨ ਲਾ ਕੇ ਕੰਮ ਕਰਦੇ ਹਨ। ਜੋ ਮਾਪੇ ਆਪਣੇ ਬੱਚਿਆਂ 'ਤੇ ਵਿਸ਼ਵਾਸ ਰੱਖਦੇ ਹਨ, ਜੋ ਅਧਿਆਪਕ ਉਹਨਾਂ ਦੀ ਹੌਸਲਾ ਅਫਜ਼ਾਈ ਕਰਦੇ ਹਨ, ਉਹਨਾਂ ਦੀ ਸਹਾਇਤਾ ਦੇ ਲਈ ਤਤਪਰ ਰਹਿੰਦੇ ਹਨ, ਅਜਿਹੇ ਬੱਚੇ ਆਪਣੇ ਮਾਤਾ-ਪਿਤਾ ਅਤੇ ਅਧਿਆਪਕਾਂ ਲਈ ਕੋਈ ਵੀ ਤਿਆਗ ਕਰਨ ਨੂੰ ਸਦਾ ਤਿਆਰ ਰਹਿੰਦੇ ਹਨ। ਪਰ ਜੇ ਉਹਨਾਂ ਦਾ ਹੌਸਲਾ ਤੋੜ ਦਿੱਤਾ ਜਾਵੇ, ਘਿਰਣਾ ਦੀ ਨਜ਼ਰ ਨਾਲ ਦੇਖਿਆ ਜਾਵੇ, ਹਰ ਘੜੀ ਬੁਰਾ ਭਲਾ ਕਿਹਾ ਜਾਵੇ, ਤਾਂ ਇਸ ਨਾਲ ਉਹਨਾਂ ਦਾ ਖੁਸ਼ ਮਿਜਾਜਾਪਣ ਖਤਮ ਹੋ ਜਾਂਦਾ ਹੈ ਅਤੇ ਭਵਿੱਖ ਵਿੱਚ ਹਨੇਰਾ ਹੋ ਜਾਂਦਾ ਹੈ। ਸੋ ਦੋਸਤੋ, ਟੌਪਿਕ ਲੰਬਾ ਹੋਣ ਕਰਕੇ ਇਸ ਨੂੰ ਆਪਾਂ ਇੱਥੇ ਹੀ ਖਤਮ ਕਰਦੇ ਹਾਂ। ਕੱਲ੍ਹ ਮਿਲਾਂਗੇ ਇਸ ਤੋਂ ਅਗਲੇ ਭਾਗ ਦੇ ਨਾਲ। ਧੰਨਵਾਦ।